हाँ जी चौधरी साहब, चिट्टा रंग ते चिट्टा सूट, पछोरी जुत्ती ते चिट्टा दुध ते मੱਝ काली। ਇਹ ਕੀ ਸੀਨ ਹੈ ਕਿ ਲੋਕ ਕਹਿੰਦੇ ਨੇ ਜਨਾਬ ਅਸੀਂ ਡੰਗਰਾਂ ਨਾਲ ਡੰਗਰ ਹੋ ਗਏ ਆ, ਮੱਝਾਂ ਨਾਲ ਅਸੀਂ ਡੰਗਰ ਹੋ ਗਏ ਆ, ਤੇ ਤੁਸੀਂ ਤੇ ਮਾਸ਼ਾਅੱਲਾ ਪੂਰੇ ਠਾਠ ਬਾਠ ਨਾਲ ਕੰਮ ਕਰਦੇ ਹੋ। ਆ ਵੇਖ ਲਓ ਨਾ, ਇਹ ਹੁਣ 14 ਕਿਲੋ ਦਾ ਬਾਲਟਾ ਹੈ ਹਾਂਜੀ, ਜਿਹੜੀ ਮੱਝ ਭਰਦੀ ਹੈ ਪਈ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਮੱਝਾਂ ਦੇ ਇਹਦੀ ਸਵਾਦ ਦਿੰਦੀਆਂ ਨਾ, ਇਹਦੀ ਮੱਝਾਂ ਵੀ ਸੋਹਣੀਆਂ ਨੇ ਤੇ ਮਾਲਕ ਵੀ ਸੋਹਣਾ ਹੈ। ਕੀ ਬਾਤ ਜੀ, ਜ਼ਿੰਦਾਬਾਦ। ਵੇਖ ਕੇ ਜੀ ਰਾਜ਼ੀ ਹੋ ਗਿਆ। ਵੇਖ ਲਓ ਜਿਹੜੇ ਹੁਣ ਮੈਂ ਤਕਰੀਬਨ ਮੈਟਰ ਕੀਤਾ ਸੀ ਤੇ ਮੈਂ ਇਸ ਕੰਮ 'ਚ ਵੜ ਗਿਆ। ਅੱਛਾ, ਤੇ ਮੈਨੂੰ ਵੀ ਤਕਰੀਬਨ 12-13 ਸਾਲ ਹੋ ਗਏ ਨੇ ਠੀਕ ਹੈ ਇਸ ਕੰਮ ਦੇ ਵਿੱਚ। ਇਹ ਬਹੁਤ ਹੀ ਅੱਛਾ ਕੰਮ ਹੈ, ਇਹਦੇ ਵਿੱਚ ਬੰਦਾ ਜੋ ਆਖੇ ਉਹ ਬੰਦਾ ਵੀ ਬਣਾ ਸਕਦਾ ਵੇ। ਅੱਛਾ ਹਾਂਜੀ, ਇਹ ਕਰੋੜਾਂ ਪਤਾ ਨਹੀਂ ਅਰਬਾਂ ਪਤੀ ਕੰਮ ਹੈ। ਜਾਨਵਰ ਜਿਹੜਾ ਨਾ ਉਹ ਅੱਛਾ ਹੋਣਾ ਚਾਹੀਦਾ। ਅਸਾਂ ਕੋਈ ਜਾਨਵਰ ਵੀ ਅਸਾਂ 10 ਕਿਲੋ ਥੱਲੇ ਰੱਖਿਆ, ਸਾਡੇ ਕੋਲ 10 ਕਿਲੋ ਤੋਂ ਲੈ ਕੇ 24 ਕਿਲੋ ਤੱਕ ਸਾਡੇ ਕੋਲ ਜਾਨਵਰ ਹੈ। अस्सलाम वालेकुम जी। ਵਾਲੇਕੁਮ ਸਲਾਮ। ਭਾਈਜਾਨ ਕੀ ਨਾਂ ਹੈ ਤੁਹਾਡਾ? ਸਰਫਰਾਜ਼ ਰਾਂਝਾ। ਸਰਫਰਾਜ਼, ਰਾਂਝਾ ਥੋੜਾ ਜਿਹਾ ਉੱਚੀ ਬੋਲਣਾ ਜੇ। ਸਰਫਰਾਜ਼ ਰਾਂਝਾ। ਸਰਫਰਾਜ਼ ਰਾਂਝਾ ਕਿਹੜਾ ਪਿੰਡ ਜੇ ਹੈ ਮਦਰਸਾ ਚੱਠਾ ਤੇ ਇਲਾਕਾ ਕਿਹੜਾ ਕਹਿਲਾਂਦਾ? ਇਲਾਕਾ ਜ਼ਿਲ੍ਹਾ ਗੁਜਰਾਤ, ਤਹਿਸੀਲ ਜ਼ੀਰਾਬਾਦ, ਅਲੀਪੁਰ ਚੱਠੇ ਦੇ ਨਾਲ। ਠੀਕ ਹੋ ਗਿਆ। ਕਿੰਨੀ ਦੇਰ ਤੋਂ ਮਾਸ਼ਾਅੱਲਾ ਕੰਮ ਕਰਦੇ ਪਏ? ਮੇਰੇ ਤੇ ਦਾਦਾ ਅਬੂ ਜਿਹੜੇ ਨੇ ਉਹ ਗਾ ਰਹੇ ਸਨ ਪਹਿਲਾਂ, ਉਹਨਾਂ ਦੇ ਵਕਤ 'ਚ ਵੀ 80-90 ਮੱਝ ਸੀ ਉਹਨਾਂ ਕੋਲ ਵੀ, ਉਸ ਦੌਰ ਦੇ ਵਿੱਚ। ਅੱਛਾ, ਤੇ ਅੱਗੋਂ ਜਿਹੜਾ ਵੇ ਅੱਬੂ ਵੀ ਨਾਲ ਉਹਨਾਂ ਵੀ ਇਸੇ ਕੰਮ ਵਿੱਚ, ਫਿਰ ਅਸੀਂ ਜਿਹੜੇ ਅਸੀਂ ਵੀ ਇਸੇ ਕੰਮ ਵਿੱਚ। ਅੱਛਾ ਮਾਸ਼ਾਅੱਲਾ ਕੰਮ ਬਹੁਤ ਅੱਛਾ ਵੇ। ਠੀਕ ਹੈ, ਜਿਹੜਾ ਇਹਦੇ ਵਿੱਚ ਪ੍ਰੋਫਿਟ ਹੈ, ਇਹਦੇ ਨੁਕਸਾਨ ਕੋਈ ਨਹੀਂ। ਠੀਕ ਹੈ। ਹਾਂਜੀ, ਤੇ ਤੁਸੀਂ ਕਿਸ ਤਰ੍ਹਾਂ ਪ੍ਰੋਫਿਟ ਲੈ ਰਹੇ ਹੋ, ਕਿਸ ਤਰ੍ਹਾਂ ਨੁਕਸਾਨ ਤੋਂ ਬਚ ਰਹੇ ਹੋ? ਅਸੀਂ ਵੇਖੋ ਨਾ, ਅਸੀਂ ਭਾਵੇਂ ਸਾਡੀ ਕੋਈ ਚੀਜ਼ ਵੀ ਜਿਹੜੀ ਨਾ ਕੰਮ ਸ਼ਾਦੀਆਂ ਵੀ ਘਰ ਹੋਈਆਂ ਹੋਣ ਨਾ, ਸਾਡਾ ਇੱਕ ਬੰਦਾ ਇਹਨਾਂ ਦੇ ਵਿੱਚ ਹੁੰਦਾ ਵੇ। ਯਾਨੀ ਤੁਸੀਂ ਜਾਨਵਰਾਂ ਦੀ ਖਲਾਸੀ ਨਹੀਂ ਛੱਡਦੇ? ਅਸੀਂ ਜੋ ਕੁਝ ਵੀ ਸਾਡੇ ਕੋਲ 5 ਵੀ ਬੰਦੇ ਹੋਣ ਫਿਰ ਵੀ ਅਸਾਂ ਵਿੱਚ ਹੋਣਾ ਵੇ, 10 ਬੰਦੇ ਹੋਣ ਫਿਰ ਵੀ ਅਸਾਂ ਵਿੱਚ ਹੋਣਾ। ਪੂਰੇ ਇਲਾਕੇ ਵਿੱਚ ਲੋਕ ਜਾਨਵਰ ਰੱਖਣ ਨੇ, ਤੁਹਾਡੇ 'ਚ ਤੇ ਦੂਸਰੇ ਲੋਕਾਂ 'ਚ ਇਹੀ ਫਰਕ ਹੈ ਕਿ ਤੁਸੀਂ ਹਰ ਟਾਈਮ ਉੱਤੇ ਰਹਿਣਾ? ਅਸੀਂ ਡਿਊਟੀ ਦਿੰਦੇ ਆ। ਹੋਰ ਕੀ ਫਰਕ ਮਹਿਸੂਸ ਕਰਦੇ ਜਿਹੜੇ ਲੋਕ ਨਹੀਂ ਕਰਦੇ? ਹੋਰ ਵੇਖੋ ਨਾ, ਇਹਦੇ 'ਚ ਬੜਾ ਤਵੱਜਾ। ਹੁਣ ਮੈਂ ਤਕਰੀਬਨ ਮੈਟਰ ਕੀਤਾ ਸੀ ਤੇ ਮੈਂ ਇਸ ਕੰਮ 'ਚ ਵੜ ਗਿਆ। ਅੱਛਾ, ਤੇ ਮੈਨੂੰ ਵੀ ਤਕਰੀਬਨ 12-13 ਸਾਲ ਹੋ ਗਏ ਨੇ ਠੀਕ ਇਸ ਕੰਮ ਦੇ ਵਿੱਚ। ਇਹ ਬਹੁਤ ਹੀ ਅੱਛਾ ਕੰਮ ਹੈ, ਇਹਦੇ ਵਿੱਚ ਬੰਦਾ ਜੋ ਆਖੇ ਉਹ ਬੰਦਾ ਵੀ ਬਣਾ ਸਕਦਾ ਵੇ। ਅੱਛਾ, ਹਾਂਜੀ, ਇਹ ਕਰੋੜਾਂ ਪਤਾ ਨਹੀਂ ਅਰਬਾਂ ਪਤੀ ਕੰਮ ਹੈ। ਵਾਹ ਬਈ ਵਾਹ। ਹਾਂਜੀ, ਯਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਹਦੇ 'ਚ ਬੰਦਾ ਜਿੰਨੇ ਪੈਸੇ ਕਮਾਉਣਾ ਚਾਹੇ ਕਮਾ ਸਕਦਾ। ਹਾਂਜੀ, ਇਹਦੇ ਵਿੱਚ ਇਹ ਵੇ ਜਾਨਵਰ ਜਿਹੜਾ ਨਾ ਉਹ ਅੱਛਾ ਹੋਣਾ ਚਾਹੀਦਾ। ਅਸਾਂ ਕੋਈ ਜਾਨਵਰ ਵੀ ਅਸਾਂ 10 ਕਿਲੋ ਥੱਲੇ ਰੱਖਿਆ, ਸਾਡੇ ਕੋਲ 10 ਕਿਲੋ ਤੋਂ ਲੈ ਕੇ 24 ਕਿਲੋ ਤੱਕ ਸਾਡੇ ਕੋਲ ਜਾਨਵਰ ਹੈ। ਡੇਰਾ ਮਾਸ਼ਾਅੱਲਾ ਤੁਹਾਡਾ ਸਾਫ ਸੁਥਰਾ ਮੈਂ ਵੇਖਿਆ ਹੈ, ਹਾਂਜੀ, ਗੰਦ ਵੀ ਨਹੀਂ, ਔਰ ਮੱਝਾਂ ਵੀ ਸਾਰੀਆਂ ਨਹਾਤੀਆਂ ਤੋਤੀਆਂ ਨੇ। ਕੀ ਰੂਟੀਨ ਨੇ ਇਹਨਾਂ ਦੇ ਜਾਨਵਰਾਂ ਦੀ ਤੁਹਾਡਿਆਂ ਦੀ? ਅਸੀਂ ਰੂਟੀਨ ਇਹਦੇ ਵਿੱਚ ਅਸੀਂ ਸਿਰਫ ਸੈਲਜ ਪਾਉਂਦੇ ਆ। ਅੱਛਾ, ਪੱਠਾ ਅਸੀਂ ਨਹੀਂ ਪਾਉਂਦੇ। ਸੈਲਜ ਉਹ ਐਸੀ ਚੀਜ਼ ਹੈ, ਉਹ ਜਿਸ ਟਾਈਮ ਉਹਨੂੰ ਦੱਬ ਲੈਣਾ ਨਾ ਭਾਈ, ਉਹਦੇ ਵਿੱਚ ਪੈਕ ਕਰ ਦੇਣਾ, ਉਹਦੇ ਨਾਲ ਇਹਦੀ ਗਜ਼ਾਈਅਤ ਵੱਧ ਜਾਂਦੀ। ਹਰ ਚੀਜ਼ ਜਿਹੜੀ ਇਹਦੇ ਵਿੱਚ ਇੰਜ ਵੰਡਾ ਬਣ ਜਾਂਦਾ, ਇੰਜ ਹੋ ਜਾਂਦਾ। ਅੱਛਾ, ਤੇ ਉਹਦੇ ਨਾਲ ਇਹਦੇ ਪ੍ਰੋਟੀਨ ਵੀ ਇਹਦੇ ਵਿੱਚ ਨੇ, ਇਹਦੇ ਵਿੱਚ ਹਰ ਚੀਜ਼ ਹੈ। ਇਹਦੇ ਵਿੱਚ ਜਾਨਵਰ ਜਿਹੜਾ ਵੇ ਉਹ ਠੀਕ ਹੈ। ਅੱਛਾ, ਮਾਸ਼ਾਅੱਲਾ ਜਿਹੜਾ ਵੇ ਇਹਦੇ ਵਿੱਚ ਉਹ ਤੰਦਰੁਸਤ, ਬਿਮਾਰੀ ਕੋਈ ਨਹੀਂ। ਪੱਠੇ ਵਿੱਚ ਜਿਹੜਾ ਉਹ ਬਿਮਾਰੀ ਕੋਈ ਕੀੜਾ ਵਿੱਚ ਆ ਜਾਂਦਾ ਹੈ, ਕੋਈ ਉਹਦੇ ਵਿੱਚ ਜਿਹੜਾ ਵੇ ਵੱਢਣ ਬੜੇ ਔਖੇ ਨੇ। ਅੱਛਾ, ਬੰਦੇ ਕੋ ਪੈਂਦੇ ਨੇ ਕੁੱਤਰ। ਇਹ ਸੈਲਜ ਪਿਆ, ਸਾਡੇ ਕੋਲ 3 ਬੰਦੇ ਨੇ, ਉਹ ਇਸ 80-90 ਡੰਗਰ ਤੇ ਵਾਧੂ ਨੇ। ਅੱਛਾ, ਨਾਲ ਵਾਹੀ ਵੀ ਸਾਰਾ ਕੰਮ ਚਲਾਈ ਫਿਰਦੇ ਨੇ। ਠੀਕ ਹੋ ਗਿਆ। ਯਾਨੀ ਬੰਦੇ ਜਿਹੜੇ ਕੰਮ ਕਰਦੇ ਨੇ ਸੌਖੇ ਨੇ। ਸਵੇਰ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਫਾਰਗ ਨੇ, ਉਹਨਾਂ ਨੂੰ ਕੋਈ ਦੁਨੀਆ ਦਾ ਕੰਮ ਨਹੀਂ। ਸਵੇਰ ਤੁਹਾਡਾ ਕਿੰਨੇ ਵੀ ਪਹਾੜਾ ਹੋ ਜਾਂਦਾ? ਅਸੀਂ ਸਵੇਰ ਜਿਹੜਾ ਤਕਰੀਬਨ 6 ਵਜੇ ਤੱਕ ਅਸੀਂ ਮੁਕਾ ਦਿੰਦੇ ਹਾਂ। ਕਿੰਨੇ ਵੀ ਉੱਠ ਕੇ ਧਾਰਾਂ ਸ਼ੁਰੂ ਕਰਦੇ ਹੋ? 4 ਵਜੇ। ਅੱਛਾ, ਇਹ ਦੱਸੋ ਕਿ ਜਦੋਂ ਤੁਸੀਂ ਇਹਨਾਂ ਨੂੰ ਸਵੇਰ ਸੈਲਜ ਪਾਉਂਦੇ ਹੋ, ਉਹਦੀ ਮਿਕਦਾਰ ਘੱਟ ਹੁੰਦੀ ਏ ਜਾਂ ਸ਼ਾਮ ਦੇ ਸੈਲਜ ਦੀ ਮਿਕਦਾਰ ਘੱਟ ਹੁੰਦੀ? ਰੂਟੀਨ ਰੱਖੀ ਦੋਵੇਂ ਟਾਈਮ ਇੱਕੋ ਜਿੰਨਾ। ਕੀ ਬਾਤ ਹੈ। ਹੁਣ ਇਹ ਦੱਸੋ ਕਿ ਕੁਝ ਲੋਕ ਕਹਿੰਦੇ ਨੇ ਸੈਲਜ ਦੇ ਨਾਲ ਤੂੜੀ ਵੀ ਪਾਣੀ ਚਾਹੀਦੀ, ਤੁਸੀਂ ਤੂੜੀ ਪਾਉਂਦੇ? ਤੂੜੀ ਬਿਲਕੁਲ ਕਿਲੋ ਕੋ ਇੱਕ ਜਿਹੜਾ ਡੰਗਰ, ਕਿਉਂਕਿ ਤੂੜੀ ਵੀ ਇੱਕ ਅੱਛੀ ਚੀਜ਼ ਹੈ ਨਾ ਵਾਸਤੇ। 5-7 ਕਿਲੋ 7-8 ਕਿਲੋ ਸੈਲਜ ਹੁੰਦਾ, ਕਿਲੋ ਤੂੜੀ ਹੋ ਜਾਂਦੀ, ਉਹ ਲਾਜ਼ਮੀ ਪਾਉਂਦੇ ਹੋ? ਤੇ ਹਰਾ ਕਿੰਨਾ ਪਾਉਂਦੇ? ਚਾਰਾ ਹਰਾ ਨਹੀਂ ਅਸੀਂ ਪਾ ਰਹੇ, ਇਹਦੇ ਚ ਨਹੀਂ ਪਾ ਰਹੇ? ਪੂਰੇ ਸਾਲ ਹੀ ਨਹੀਂ ਪਾਉਂਦੇ? ਨਹੀਂ, ਪੂਰਾ ਸਾਲ। ਤੇ ਪੂਰੇ ਸਾਲ ਦਾ ਤੁਸੀਂ ਸੈਲਜ ਬਣਾਉਣਾ ਹੁੰਦਾ ਜਾਂ 6 ਮਹੀਨਿਆਂ ਦਾ? ਅਸਾਂ ਪੂਰੇ ਸਾਲ ਦਾ ਸਟਾਕ ਕੀਤਾ ਹੈ। ਕੀ ਬਾਤ ਹੈ। ਗਰਮੀ ਹੋਏ ਸਰਦੀ ਹੋਏ ਟੈਨਸ਼ਨ ਫ੍ਰੀ? ਅਸਾਂ ਪੂਰੇ ਸਾਲ ਦਾ ਸਟਾਕ ਕਰ ਛੜਿਆ, ਅੱਗੋਂ ਅਗਲਾ ਰਲੇ ਦਾ ਫਿਰ ਮੁੱਕੇ ਦਾ। ਅੱਛਾ, ਔਰ ਆਪ ਹੀ ਨਾਲ ਬਣਾਈ ਜਾਣਾ? ਨਹੀਂ, ਇੱਕੋ ਵਾਰੀ ਬਣਾ ਛੜਿਆ। ਤੇ ਇਹਦੇ ਸੈਲਜ ਦੇ ਨਾਲ ਵੰਡੇ ਦੀ ਵੀ ਜ਼ਰੂਤ ਹੁੰਦੀ ਹੈ? ਵੰਡਾ ਜਿਹੜਾ ਵੇ ਨਾ, ਜਿਸ ਅੱਗੇ 5 ਕਿਲੋ ਪੈਂਦਾ ਸੀ 2 ਕਿਲੋ ਪਾਈਦਾ। ਯਾਨੀ ਵੰਡੇ ਦੀ ਵੀ ਬਚਤ ਹੈ? ਹਾਂਜੀ, ਵੰਡੇ ਦੀ ਬਚਤ। ਤੇ ਦੁੱਧ ਨੂੰ ਤਾਂ ਨਹੀਂ ਕੋਈ ਫਰਕ ਪੈਂਦਾ? ਨਹੀਂ, ਦੁੱਧ ਤੇ ਜ਼ਿਆਦਾ ਹੁੰਦਾ ਨਾ ਸੈਲਜ ਵਿੱਚ। ਨਹੀਂ, ਅਗਰ ਮਤਲਬ ਤੁਸੀਂ ਸੈਲਜ ਆਮ ਪਾਉਂਦੇ ਹੋ ਪਏ 10 ਕਿਲੋ ਦੇ ਰਹੀ ਹੈ ਮੱਝ,
ਤੇ ਵੰਡਾ 2 ਕਿਲੋ ਪਾਉਂਦੇ ਹੋ ਤੇ ਫਿਰ 12-13 ਘਰ ਜਾਂਦੀ ਹੈ। ਅਗਰ ਤੁਸੀਂ ਵੰਡਾ ਨਾ ਪਾਓ ਤੇ ਫਿਰ ਦੁੱਧ ਘਟਾਉਂਦੀ ਤੇ ਨਹੀਂ? ਨਹੀਂ ਕਿ ਘਟਾਉਂਦੀ। ਯਾਨੀ ਸੈਲਜ ਦੇ ਹੁੰਦੇ ਆ ਫਿਰ ਵੰਡੇ ਦੀ ਵੀ ਕੱਢੀ ਖਾਸ ਸਾਡਾ ਜ਼ਰੂਰਤ? ਪਿੱਛੇ ਜੇ ਮਰਮ ਦੇ ਦਿਨਾਂ ਤੋਂ ਕੋਈ ਪਹਿਲਾਂ ਨਾ ਸਾਡਾ ਵੰਡਾ ਕੰਪਨੀ ਚ ਆਉਂਦਾ ਤੇ ਉਹ ਨਹੀਂ ਸੀ ਆ ਰਿਹਾ। ਅੱਛਾ। ਤੇ ਅਸਾਂ ਵੰਡਾ 2-4 ਦਿਨ ਸਾਡਾ ਨਹੀਂ ਪਿਆ। ਅੱਛਾ ਤੇ ਉਹ ਜਿਹੜਾ ਵੰਡਾ ਨਹੀਂ ਪਿਆ ਜੀ, ਤੇ ਉਹ ਰੂਟੀਨ ਉਹਨਾਂ ਦੀ ਉਹੀ ਕਟੀਆਂ ਨੇ। ਅੱਛਾ ਹਾਂਜੀ ਠੀਕ ਹੋ ਗਿਆ, ਜ਼ਬਰਦਸਤ। ਤੇ ਤੁਹਾਡੀ ਮੱਝ ਦੀ ਲਾਮ ਕਿੰਨੀ ਹੈ? ਯਾਨੀ ਇੱਕ ਮੱਝ ਕਿੰਨੇ ਮਹੀਨੇ ਤੱਕ ਸੇਮ ਦੁੱਧ ਦਿੰਦੀ ਰਹਿੰਦੀ ਔਰ ਕਦੋਂ ਜਾ ਕੇ ਘਟਾਉਂਦੀ ਸਾਡੀ ਹੈ? ਮੱਝ ਜਿਹੜੀ ਹੈ ਜਿਸ ਟਾਈਮ ਪ੍ਰੈਗਨੈਂਟ ਹੋ ਜਾਂਦੀ ਹੈ ਨਾ, ਜੀ ਉਹਦੇ ਨਾਲ ਮੱਝ ਜਿਹੜੀ ਤਕਰੀਬਨ ਜਿਹੜਾ ਨਾ ਜਿਸ ਟਾਈਮ ਪ੍ਰੈਗਨੈਂਟ ਹੁੰਦੀ ਹੈ ਅਸੀਂ 1.5 ਮਹੀਨਾ ਮੱਝ ਛੱਡਨੇ ਆ, 7.5 ਮਹੀਨੇ। ਅੱਛਾ। ਦੁੱਧ ਤੁਹਾਡੀ ਮੱਝ ਕਦੋਂ ਜਾ ਕੇ ਘਟਾਉਂਦੀ ਹੈ? ਕਿਉਂਕਿ ਸਜਰੀ ਮੱਝ ਤਾਂ ਦੁੱਧ ਬਹੁਤਾ ਦਿੰਦੀ ਹੈ। ਉਹ ਐਂਡ ਤੱਕ ਇੱਕੋ ਜਿਹੀ ਰੂਟੀਨ ਮੱਝ ਦੀ। ਵਾਹ ਵਾਹ, ਕਮਾਲ ਕਰ ਰਿਹਾ ਹਾਂਜੀ ਹੈ ਉਹ ਸਿਰਫ ਪਤਾ ਕੀ ਮਸਲਾ ਹੈ ਜੀ। ਨਰ ਅੱਛਾ ਹੈ। ਅੱਛਾ ਹਾਂਜੀ ਉਹ ਨਰ ਅੱਛਾ ਹੈ, ਉਹਦੀ ਜ਼ਰਾ ਵਜ੍ਹਾ ਸਾਨੂੰ ਨਰ ਤੇ ਵਿਖਾਇਆ ਉਹਨੇ, ਤੁਹਾਡੇ ਨਰ ਦੀ ਬੜੀ ਤਾਰੀਫ ਵੇਖੀ ਆ। ਹਾਂ ਇਹ ਸਾਰੀਆਂ- ਜੀ ਚੋਈ ਸਾਹਿਬ, ਨਰ ਤੋਂ ਪਹਿਲੇ ਤੁਸੀਂ ਮੱਝਾਂ ਦੇ ਬਾਰੇ ਦੱਸ ਰਹੇ ਹੋ। ਇਹ ਮੱਝਾਂ ਸਾਰੀਆਂ ਜਿਹੜੀਆਂ ਨਾ ਜੀ। ਇਹ ਦੇਖੋ ਸਾਰੀਆਂ ਜੀ ਇਹ ਸਾਰੀਆਂ ਜਿਹੜੀਆਂ ਨੇ ਇਹ ਨੀਲੀ ਦੀਆਂ ਨੇ। ਅੱਛਾ ਇਹਨਾਂ ਦੇ ਵਿੱਚ ਕੋਈ ਵੀ ਜਿਹੜੀ ਹੈ ਇਹ ਸਭ ਮੱਝਾਂ ਸੂਣ ਲੱਗੀਆਂ ਨੇ ਇਸ ਟਾਈਮ। ਜਿੰਨੀ ਸਾਡੀ ਮਾਲ ਜਾ ਰਹੀ ਹੈ ਨਾ ਸਿਰਫ ਉਹ ਮੱਝਾਂ ਜਿਹੜੀਆਂ ਨੇ ਉਹ ਨਹੀਂ ਸੂਣ ਲੱਗੀਆਂ, ਦੂਸਰੀਆਂ ਸਾਰੀਆਂ ਮੱਝਾਂ ਸੂਣ ਲੱਗੀਆਂ। ਕੋਈ 5 ਮਹੀਨੇ ਦੀ, ਕੋਈ 4। ਠੀਕ ਹੈ, ਜ਼ਰਾ ਨਰ ਦੇ ਬਾਰੇ ਤੇ ਵਿਖਾਇਓ ਨਾ। ਮਾਸ਼ਾਅੱਲਾ ਮਾਸ਼ਾਅੱਲਾ। ਨਾਰੇ ਅੱਛਾ ਇਹ ਨੀਲੀ ਦਾ ਵੇ, ਇਹਦੀ ਜਿਹੜੀ ਹੋਵੇ ਦੀ ਨਾ ਕੱਟੀ, ਅੱਛਾ। ਉਹ ਪਹਿਲੇ ਸੂਏ 20 ਕਿਲੋ ਦੁੱਧ ਦੇਦੀ। ਪਹਿਲਾ ਸੂਆ ਹੀ 20 ਕਿਲੋ? ਹਾਂਜੀ ਪਹਿਲੇ ਸੂਏ 20 ਕਿਲੋ ਦੁੱਧ ਦੇਦੀ। ਇਹ ਪਿੱਛੋਂ ਦੇਖੋ ਜੀ, ਆਂਡਾ ਚੈੱਕ ਕਰਾਓ ਜੀ ਇਹਦੀਆਂ। ਇਹਦੇ ਪੱਟ ਦੇਖੋ ਮਾਸ਼ਾਅੱਲਾ। ਹਾਂਜੀ ਠੰਡਾ ਨਾਰੇ, ਠੰਡਾ ਨਾਲ। ਵਾਹ ਨਾਜ਼ਰੀਨ, ਜ਼ਰਾ ਵੇਖੋ ਚੋਈ ਸਾਹਿਬ ਦਾ ਨਰ ਵੇਖੋ। ਔਰ ਇਹ ਮਾਸ਼ਾਅੱਲਾ ਕਿੰਨੀ ਉਮਰ ਹੋ ਗਈ ਜੀ ਇਹਦੀ? ਇਹ ਕਟੀਆਂ ਇਹਦੀਆਂ ਨੇ ਛੋਟੀਆਂ। ਅੱਛਾ, ਇਹ ਜਿਹੜੀਆਂ ਕੱਟੀਆਂ ਨਜ਼ਰ ਆ ਰਹੀਆਂ ਨੇ। ਇਹਨਾਂ ਦੇ ਸਿੰਘ ਵੇਖੋ ਉੱਥੇ ਮੁੜੇ ਆਉਂਦੇ ਨੇ, ਇਹ ਜਿਵੇਂ ਉਹਦਾ ਹੈ ਹੀ ਕੋਈ ਨਹੀਂ ਸਿੰਘ। ਯਾਨੀ ਸਿੰਘ ਇਹਨਾਂ ਦੇ ਛੋਟੇ ਹੁੰਦੇ ਹੀ ਮੁੜੇ ਜਾਂਦੇ ਨੇ। ਹਾਂਜੀ ਇਹ ਬਿਲਕੁਲ ਪਤਾ ਹੀ ਕੋਈ ਨਹੀਂ। ਔਰ ਇਹ ਤੁਹਾਡੀ ਘਰ ਦੀ ਬਰੀਡ ਤਿਆਰ ਹੋ ਰਹੀ ਹੈ? ਇਹ ਸਾਡੀ ਘਰ ਦੀ ਬਰੀਡ ਤਿਆਰ ਹੋ ਰਹੀ ਹੈ। ਜ਼ਿਆਦਾਤਰ ਮੱਝਾਂ ਸਾਡੀਆਂ ਘਰ। ਅੱਛਾ, ਘਰ ਦੀਆਂ ਮੱਝਾਂ ਤੁਹਾਡੀਆਂ। ਹਾਂਜੀ, ਘਰ। ਇਹ ਜਿਹੜਾ ਨਰ ਹੈ ਜੀ ਇਹ ਵੀ ਘਰ ਦਾ ਹੈ? ਇਹ ਵੀ ਘਰ ਦਾ ਹੈ। ਅੱਛਾ। ਹਾਂਜੀ ਤੇ ਇਹਦੀ ਕਿੰਨੀ ਉਮਰ ਹੈ? ਇਹਦੀ ਮਾਂ ਜਿਹੜੀ ਸੀ ਨਾ ਉਹਦੀ ਐਵਰੇਜ ਸੀ ਪਹਿਲਾ ਸੂਬਾ ਹੀ ਸੂਈ ਤੇ 26 ਕਿਲੋ ਐਵਰੇਜ ਉਹਦੀ ਆਈ ਸੀ। ਹੋਏ 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 26 ਕਿਲੋ? ਹਾਂਜੀ 26 ਕਿਲੋ ਉਹ ਹੈ। ਤੇ ਚੋਈ ਸਾਹਿਬ ਲੋਕੀ ਤੇ ਸਾਡੀ ਵੀਡੀਓ ਵੇਖਦੇ ਨੇ, ਕਮੈਂਟ ਕਰਦੇ ਨੇ ਕਿ ਇਹ ਤੇ ਜੀ ਖੁਆਬ ਹੈ, ਇਹ ਤੇ ਜੀ ਝੂਠ ਹੈ, ਇਹ ਜੀ ਸ਼ੇਖ ਚਿੱਲੀ ਦੇ ਦਾਅਵੇ ਨੇ। 26 ਕਿਲੋ ਤੇ ਹੁੰਦਾ ਹੀ ਨਹੀਂ। ਇਹ ਜੀ ਜਿਹੜੀ ਇਹ ਮੱਝ ਬੈਠੀ ਹੈ ਨਾ, ਜੀ ਆੜੀ ਬੈਠੀ ਹੈ ਜੀ, ਇਹ ਵੀ ਮੱਝ ਜਿਹੜੀ ਹੈ ਇਹ ਵੀ 23 ਤੋਂ 24 ਕਿਲੋ ਦੇ ਵਿੱਚ ਮੱਝ ਵੀ ਦੁੱਧ ਦਿੰਦੀ ਹੈ। ਮਾਸ਼ਾਅੱਲਾ। ਹਾਂਜੀ ਠੀਕ ਹੈ, ਮੁੱਛ ਬੱਗੀ ਵਾਲੀ। ਹਾਂਜੀ ਇਹ ਵੀ ਜਿਹੜੀ ਇਹ ਸੰਡੇ ਦੀ ਭੈਣ ਨੇ। ਅੱਛਾ। ਹਾਂਜੀ ਇਹਦੀ ਕਿੰਨੀ ਉਮਰ ਹੋ ਗਈ ਜੇ ਸੰਡੇ ਦੀ? ਇਹ ਸਾਡਾ ਦੂਸਰੀ ਮਾਲੀ ਵਿੱਚ ਟੁਰ ਗਿਆ। ਅੱਛਾ। ਹੁਣ ਦੂਸਰੀ ਮਾਲੀ ਸੁਣਦਾ ਪਿਆ, ਪਹਿਲੀ ਮਾਲੀ ਦੀ ਉਹ ਕਟੀਆਂ ਨੇ, ਅੱਗੋਂ ਦੂਸਰੀ ਮਾਲੀ ਸੁਣਦਾ ਪਿਆ। ਇਹ ਤੋਂ ਕੀ ਮੁਰਾਦ ਲਈ ਅਸੀਂ? ਉਮਰ ਕਿੰਨੀ ਹੋ ਗਈ ਇਹਦੀ? ਇਹਦੀ ਤਕਰੀਬਨ ਉਮਰ 5 ਸਾਲ ਹੋ ਗਈ। 5 ਸਾਲ। ਤੇ ਚੋਈ ਸਾਹਿਬ ਇੱਕ ਜਿਹੜਾ ਕੱਟਾ ਹੁੰਦਾ ਵੇ ਝੋਟਾ, ਉਹਨੂੰ ਕਿੰਨੇ ਕੁ ਸਾਲ ਚਲਾਉਣਾ ਚਾਹੀਦਾ? ਉਹਨੂੰ ਤਕਰੀਬਨ 5 ਤੋਂ 6 ਮਾਲੀਆਂ ਅੱਛਾ ਸੱਡਾ ਹੋਵੇ ਲੈਣਾ ਚਾਹੀਦਾ। ਠੀਕ ਹੈ, ਯਾਨੀ 5 ਤੋਂ 6? ਹਾਂਜੀ 5 ਤੋਂ 6। ਯਾਨੀ ਲੋਕ ਕਹਿੰਦੇ ਨੇ ਕਿ ਜਿੰਨਾ ਪੁਰਾਣਾ ਹੈ ਉਨਾ ਚੰਗਾ ਹੁੰਦਾ। ਤੁਹਾਡਾ ਕੀ ਖਿਆਲ ਹੈ? ਨਹੀਂ ਉਹ ਅੱਗੋਂ ਫਿਰ ਉਹਦੀਆਂ ਧੀਆਂ ਜਵਾਨ ਹੋ ਜਾਂਦੀਆਂ ਨੇ, ਫਿਰ ਉਹਨਾਂ ਧੀਆਂ ਵਿੱਚ ਨਹੀਂ ਰੱਖਣਾ ਚਾਹੀਦਾ। ਅੱਛਾ। ਹਾਂਜੀ ਉਹ ਫਿਰ ਯਾਨੀ ਕਿ ਫਿਰ ਬਦਲਣੀ ਚਾਹੀਦੀ ਨਸਲ? ਅੱਗੋਂ ਬਰੀਡ ਬਦਲਣੀ। ਹੁਣ ਸਾਰਾ ਅੱਗੋਂ ਇਹਦੇ ਜਿਹੜੇ ਨੇ ਉਹ ਰੱਖੇ ਨੇ ਕੱਟੇ ਜਾਂਦੇ। ਅੱਛਾ। ਸੱਡੇ ਦੇ ਉਹ ਠੀਕ ਸਾਡੇ ਕੋਲ 2 ਨੇ, ਉਹ ਸਾਨੂੰ ਰੱਖੇ ਨੇ। ਉਹਨਾਂ ਜਿਹੜਾ ਵਿੱਚ ਉਹ ਰਿਜ਼ਲਟ ਜਿਹੜਾ ਅੱਛਾ ਹੈ ਉਹ ਰੱਖ ਲੈਣਾ। ਠੀਕ ਹੋ ਗਿਆ, ਜ਼ਬਰਦਸਤ ਜ਼ਬਰਦਸਤ ਜ਼ਬਰਦਸਤ, ਕੀ ਬਾਤ ਹੈ। ਜੀ ਤੇ ਜ਼ਰਾ ਸਾਹਮਣੇ ਆਇਓ। ਅੱਛਾ, ਇਹ ਦੱਸੋ ਕਿ ਜਿਹੜੇ ਲੋਕ ਇਸ ਕਾਰੋਬਾਰ ਨੂੰ ਕਰਨਾ ਚਾਹੁੰਦੇ ਨੇ ਜੀ ਉਹਨਾਂ ਨੂੰ ਸਿਰਫ ਇਨਕਰੇਜਮੈਂਟ ਵਾਸਤੇ ਕਿ ਇਹ ਕੰਮ ਜਿਹੜਾ ਵੇ ਕਿੰਨਾ ਅੱਛਾ ਹੈ ਔਰ ਇਹਦੇ ਵਿੱਚ ਕਿੰਨੀ ਬਚਤ ਹੋ ਸਕਦੀ ਹੈ, ਘੱਟ ਤੋਂ ਘੱਟ ਜ਼ਿਆਦਾ ਜ਼ਿਆਦਾ ਜ਼ਰਾ ਥੋੜਾ ਜਿਹਾ ਸਾਨੂੰ ਦੱਸ ਦਿਓ। ਇਹ ਜੀ ਇੱਕ ਤੇ ਮਾਲ ਦੀ ਖਿਦਮਤ, ਅੱਛਾ। ਇੱਕ ਇਬਾਦਤ। ਵਾਹ, ਹਾਂ ਖਿਦਮਤ ਔਰ ਇਬਾਦਤ। ਵਾਹ। ਬੰਦਾ ਜਿੰਨਾ ਵੀ ਪਰੇਸ਼ਾਨ ਹੋਇਆ ਹੋਵੇ ਨਾ, ਅੱਛਾ, ਜਿਸ ਟਾਈਮ ਮਾਲ ਵਿੱਚ ਵੜ ਜਾਂਦਾ ਉਹਨੂੰ ਸਕੂਨ ਹੋ ਜਾਂਦਾ। ਕੀ ਬਾਤ ਹੈ। ਇਹਦੇ ਵਿੱਚ ਇਹ ਇਹ ਸਕੂਨ ਕਾਲੀਆਂ ਰੂਹਾਂ ਇੰਜਦੀਆਂ ਨੇ। ਇਹ ਐਂ ਦਾ ਵੀ ਬੰਦਾ ਜਿੱਥੇ ਵੀ ਪਰੇਸ਼ਾਨ ਬੜਾ ਆਵਾਜ਼ਾਰ ਹੋਇਆ ਹੋਵੇ ਨਾ, ਜਿਸ ਟਾਈਮ ਇਹਨਾਂ ਦੇ ਵਿੱਚ ਆਉਂਦਾ ਮਾਲ ਬੰਦਾ ਫਰੈਸ਼ ਹੋ ਜਾਂਦਾ। ਕੀ ਬਾਤ ਹੈ। ਹਾਂਜੀ ਇਹ ਕੰਮ ਹੈ ਇਹਦਾ? ਹਾਂਜੀ। ਅੱਛਾ, ਤੇ ਇਹਦੇ ਤੋਂ ਮਤਲਬ ਘੱਟ ਤੋਂ ਘੱਟ ਬੰਦਾ ਕਿੰਨੀ ਇਨਕਮ ਕਮਾ ਸਕਦਾ? ਅਗਰ 10-15 ਰੱਖੀਆਂ ਨੇ, 50 ਰੱਖੀਆਂ ਨੇ, 100 ਰੱਖੀਆਂ ਨੇ? ਜਿਸ ਬੰਦੇ ਅੱਛੀਆਂ 20 ਮੱਝਾਂ ਰੱਖੀਆਂ ਨਾ, ਹਾਂ। ਉਹ 5 ਲੱਖ ਰੁਪਈਆ ਮਹੀਨੇ ਦਾ ਕਮਾ ਸਕਦਾ। ਅੱਛਾ, ਕਿੰਨੀਆਂ ਮੱਝਾਂ ਤੋਂ? ਭਾਵੇਂ 20 ਮੱਝਾਂ ਤੋਂ। ਅੱਛੀਆਂ ਮੱਝਾਂ ਤੋਂ? ਅੱਛਾ ਮੱਝਾਂ ਤੋਂ। ਜ਼ਬਰਦਸਤ ਜ਼ਬਰਦਸਤ। ਕਿਸ ਤਰ੍ਹਾਂ ਕਮਾ ਸਕਦਾ, ਜ਼ਰਾ ਕਲੀਅਰ ਕਰੋ। ਉਹ ਵੇਖੋ ਨਾ, ਲੋਕ ਪੁੱਛਣਗੇ ਜੀ ਚੌਧਰੀ ਸਾਹਿਬ ਨੂੰ ਪੁੱਛੋ ਕਿਸ ਤਰ੍ਹਾਂ। ਉਹ ਸਹਿਰਾ ਹੀ ਤੁਸੀਂ ਪਿਆ ਹੈ, ਜੀ ਉਹ ਅੱਛੀ ਮੱਝ ਦਾ ਹੈ। ਜਿਹੜੀ ਤੁਸੀਂ ਮੱਝ ਲੈਣੀ ਹੈ ਨਾ 3 ਲੱਖ ਦੀ, ਜੀ, ਉਹ ਭਰ ਲਓ ਦਾ 4 ਲੱਖ ਰੁਪਈਆ ਭਰ ਦਿਓ। ਅੱਛਾ। ਜੇ 1 ਲੱਖ ਰੁਪਏ ਦਾ ਫਰਕ ਪਿਆ, ਜਿਹੜੀ 3 ਲੱਖ ਲੈਣੀ ਉਹਨੇ ਦੁੱਧ ਦੇਣਾ 12 ਕਿਲੋ।
ਅੱਛਾ ਜਿਹੜੀ 4 ਲੈਣੀ ਉਹ ਦੁੱਧ ਦੇ 16 ਕਿਲੋ ਤੇ ਫਰਕ ਪੈ ਜਾਂਦਾ ਢੇਰ ਸਾਰਾ। ਮਤਲਬ ਆਖਰੀ ਦਿਨ ਵੇਖੀਏ, ਸਾਲ ਦੇ ਐਂਡ ਦਾ ਦਿਨ ਵੇਖੀਏ ਤੇ ਉਹ ਫਰਕ ਵਾਵੇ ਲੰਮਾ ਚੌਕਾ ਬੜਾ ਢੇਰ ਸਾਰਾ ਫਰਕ ਕੱਢ ਜਾਂਦੀ। ਠੀਕ ਹੋ ਗਿਆ, ਠੀਕ ਹੋ ਗਿਆ। ਮੱਝ ਲੋ ਦੇ ਉਹ ਤੁਹਾਡੀ ਐਵਰੇਜ ਤੋੜ ਤਾਂ ਪੂਰੀ ਦੇਣੀ ਚਾਹੀਦੀ। ਅੱਗੂ ਨਸਲ ਵੀ ਚੰਗੀ, ਅੱਗੋਂ ਨਸਲ ਅੱਛੀ। ਤੇ ਜਿਹੜੀ ਚੰਗੀ ਮੱਝ ਹੈ ਬਿਲਫਰਜ਼ ਉਹ 20 ਕਿਲੋ ਦੁੱਧ ਦਿੰਦੀ ਹੈ ਵੀ, ਤੇ ਉਹ ਅਗਰ ਮਹੀਨੇ ਦੇ ਸਾਰੇ ਡੰਗਰ ਇੰਜ ਦੇ ਹੀ ਨੇ ਤੇ ਫਿਰ ਉਹ 5 ਕਿਲੋ 5 ਲੱਖ ਕੱਢ ਜਾਂਦੇ ਨੇ। 5 ਲੱਖ ਰੁਪਏ ਜ਼ਬਰਦਸਤ ਜ਼ਬਰਦਸਤ। ਉਹ 10 ਕਿਲੋ ਦੀ ਐਵਰੇਜ ਜਿਹੜੀ ਰੱਖ ਕੇ ਨਾ ਜੀ ਉਹਦੇ ਨਾਲ ਕਿਤੇ 20 ਕਿਲੋ ਵਾਲੀ ਨਹੀਂ ਰੱਖੀ, 10 ਕਿਲੋ ਦੀ ਐਵਰੇਜ ਰੱਖ ਕੇ ਉਹ 4 ਮੱਝਾਂ ਮਨ ਦੁੱਧ ਦਿੰਦੀਆਂ ਨੇ। ਠੀਕ ਹੋ ਗਿਆ। ਇੱਕ ਉਹ 20 ਮੱਝਾਂ ਹੋਣ ਤੇ 5 ਮੱਝਾਂ ਜਿਹੜਾ ਹੁੰਦਾ ਵੇ ਇਹ 5 ਮਨ ਦੁੱਧ ਬੰਦਾ ਹੈ ਅੱਛਾ ਤੇ 5 ਲੱਖ ਰੁਪਏ ਮਹੀਨੇ ਦਾ। ਕੀ ਬਾਤ। ਵਿੱਚੋਂ ਤੁਸੀਂ 1.5 ਲੱਖ ਰੁਪਏ ਹੱਥੇ ਤੇ 3.5 ਲੱਖ ਰੁਪਏ ਫਿਰ ਸੁੱਕਾ ਪੁੱਕਾ ਬਚਾਉਂਦੀਆਂ। ਠੀਕ ਹੋ ਗਿਆ। ਚੋ ਸਾਹਿਬ ਅਸੀਂ ਇੱਕ ਅਕਸਰ ਸਵਾਲ ਲੋਕਾਂ ਨੂੰ ਪੁੱਛਦੇ ਆ ਕਿ ਅਗਰ ਡੇਰੇ ਤੋਂ 5 ਲੱਖ ਦਾ ਦੁੱਧ ਜਾਂਦਾ ਪਿਆ ਤੇ ਖਰਚ ਉਹਦਾ ਜਿਹੜਾ ਵੇ ਉਹ ਕਿੰਨਾ ਖਰਚ ਔਰ ਕਿੰਨੀ ਬਚਤ, ਜਿਸ ਤਰ੍ਹਾਂ ਤੁਹਾਨੂੰ ਦੱਸੀ ਹੈ ਖੁੱਲੀ ਡੁੱਲੀ ਤਰ੍ਹਾਂ ਦੱਸੋ। ਵੰਡਾ ਦਾ ਸੈਲਰੀ ਤੁਸੀਂ ਪਾ ਕੇ 2 ਲੱਖ ਰੁਪਏ ਖਰਚਾ ਕਰ ਲਓ, ਠੀਕ ਹੈ 3 ਲੱਖ ਰੁਪਏ ਅੱਧੋ ਬਾਅਦ ਵੀ ਤੁਸੀਂ 2.5 ਲੱਖ ਵੀ ਕਰ ਲਓ, 2.5 ਲੱਖ ਰੁਪਏ ਫਿਰ ਵੀ ਬਚਦਾ। ਇਹੀ ਮੈਂ ਗੱਲ ਸੁਣਨਾ ਚਾਹ ਰਿਹਾ ਹਾਂ ਕਿਉਂਕਿ ਅਸੀਂ ਜਨਾਬ ਸਾਦਕਾਬਾਦ ਤੋਂ ਲੱਗ ਕੇ ਤੇ ਪਿੰਡੀ ਤੱਕ ਅਸੀਂ ਫਾਰਮਰਾਂ ਨਾਲ ਇੰਟਰਵਿਊ ਕੀਤੇ ਨੇ, ਸਾਰਿਆਂ ਹੀ ਕਿਹਾ ਗਿਆ ਕੰਮ ਐਸਾ ਹੈ ਅੱਧੋ ਅੱਧ ਚ ਬਚਤ ਲਾਜ਼ਮ ਹੁੰਦੀ ਹੈ। ਦੇਖੋ ਨਾ ਜਿਹੜਾ ਜ਼ਿਮੀਦਾਰੀ ਕੰਮ ਹੈ ਨਾ ਉਹ ਵੇ ਜਿਹੜਾ ਵੇ ਇੱਕ ਜੂਆ। ਅੱਛਾ ਉਹ ਬਾਰਿਸ਼ ਪੈ ਗਈ ਹੈ ਫਸਲ ਖਰਾਬ ਹੋ ਲੇਕਿਨ ਜੂਆ ਕਿਸੇ ਦਾ ਨਾ ਹੁਆ। ਉਹ ਜੂਆ ਹੈ, ਕੋਈ ਵੀ ਕੰਮ ਜੂਆ ਇਹ ਐਸਾ ਕੰਮ ਹੈ ਇਹਦੇ ਵਿੱਚ ਹਰ ਰੋਜ਼ ਦਾ ਪ੍ਰੋਫਿਟ ਤੁਹਾਡੀ ਜੇਬ ਵਿੱਚ ਪੈਸਾ ਆ ਰਿਹਾ ਔਰ ਦਿਨ 'ਚ ਉਹ ਫਸਲ ਹੈ ਜਿਹੜੀ 2 ਵਾਰੀ ਤੁਹਾਨੂੰ ਫਲ ਦੇ ਰਹੀ। 2 ਵਾਰ ਤੁਹਾਨੂੰ ਤੁਸੀਂ ਸਵੇਰ ਔਰ ਸ਼ਾਮੀ ਜਿਹੜਾ ਪੈਸਾ ਤੁਸੀਂ ਆਪਣੀ ਜੇਬ ਵਿੱਚ ਪਾ ਰਹੇ ਹੋ, ਤੁਹਾਨੂੰ ਮਹਿਸੂਸ ਕੋਈ ਨਹੀਂ, ਖੁਸ਼ੀ ਗਮੀ ਹਰ ਤੁਸੀਂ ਇਹਦੇ 'ਚ ਤੁਸੀਂ ਜ਼ਿਆਦਾ ਲੰਮਾ ਕੰਮ ਤੁਸੀਂ ਕਾਰੋਬਾਰ ਇਹ ਬਣਾ ਸਕਦੇ ਹੋ, ਇਹਦੇ ਵਿੱਚੋਂ ਤੁਸੀਂ ਅਰਬਪਤੀ ਬਣ ਸਕਦੇ ਹੋ। ਕੀ ਬਾਤ। ਹਾਂਜੀ ਸਾਡੇ ਦਾਦਾ ਅਬੂ ਦੀ 40 ਕਿੱਲੇ ਜ਼ਮੀਨ ਸੀ ਜੀ, ਸਾਡੇ ਅੱਬੂ ਰਾਹੀਂ ਇਹਨਾਂ ਪਿੱਛੋਂ 120 ਕਿੱਲਾ ਜ਼ਮੀਨ ਖਰੀਦੀ ਮੁੱਲ। ਉਹ ਕੀ ਹੈ ਇਸ ਮਾਲ ਦੇ ਵਿੱਚੋਂ। ਸਹੀ ਹੈ। ਹਾਂਜੀ ਦੁੱਧ ਦਾ ਕੰਮ ਤੋਂ। ਔਰ ਮਤਲਬ ਸਾਰੀ ਫੈਮਿਲੀ ਦੀ ਹੈ ਨਾਲ ਸਟਰਗਲ ਹੈ। ਸਾਰੀ ਫੈਮਿਲੀ, ਇਕੱਲਾ ਬੰਦਾ ਨਹੀਂ ਸਾਰੀ ਫੈਮਿਲੀ। ਸਹੀ ਹੋ ਉਹ ਗਿਆ। ਜਿਹੜਾ ਵੀ ਹੈ ਨੇ ਦੂਸਰੇ ਜਿਹੜੇ ਨੇ ਚਾਚੇ ਦੂਸਰੇ ਨੇ ਉਹ ਵੀ ਕਰ ਰਹੇ ਨੇ, ਉਹ ਤਕਰੀਬਨ ਉਹ ਇੰਨਾ ਜ਼ਿਆਦਾ ਅਸੀਂ ਹੁਣ ਲੈਦਾ ਦੂਸਰੇ ਇੱਥੇ ਨਹੀਂ ਜਿੰਨਾ ਕੋ ਇਹ ਵਈ ਕੰਮ ਹੈ। ਠੀਕ ਹੈ। ਹਾਂਜੀ ਲੇਕਿਨ ਤੁਸੀਂ ਮਿਹਨਤ ਕੀਤੀ ਹੈ ਔਰ ਤੁਸੀਂ ਇਕੱਠੇ ਰਹੇ, ਉਹਦੀ ਬਰਕਤ ਹੈ ਵੇ ਕਿ ਅੱਜ ਤੁਸੀਂ ਮਾਸ਼ਾਅੱਲਾ ਖੁਸ਼ਹਾਲ ਹੋ। ਅੱਜ ਵੇਖੋ ਨਾ 85-90 ਡੰਗਰ ਵੱਜਿਆ ਹੋਵੇ ਜੀ, ਅੱਲਾ ਦੇ ਫਜ਼ਲ ਨਾਲ ਉਹ ਐਵੇਂ ਹੀ ਬਣਿਆ ਹੋਵੇ ਜੀ, ਜਿਹੜਾ ਮਿਹਨਤ ਕਰਕੇ। ਹੁਣ ਤੇ ਮੱਝ ਜਿਹੜੀਆਂ 10 ਮੱਝਾਂ ਲੈ ਲਈ 50 ਲੱਖ ਰੁਪਈਆ ਲੱਗਦਾ ਹੈ। ਹਾਂਜੀ ਗੱਲ ਹੈ। ਤੇ ਇੰਨਾ ਮਾਲ ਕੋਈ ਬੰਦਾ ਇੰਜ ਪਾ ਹੀ ਨਹੀਂ ਸਕਦਾ। ਇਹ ਜਿਹੜਾ ਵੇ ਫਿਰ ਸਾਡੀ ਮੱਝ ਕੋਈ 10 ਕਿਲੋ ਥੱਲੇ ਤੁਹਾਨੂੰ ਮੱਝ ਨਾ ਦਿਸੇ ਦੀ, ਸਾਰੀਆਂ ਮੱਝਾਂ 10 ਕਿਲੋ ਤੋਂ ਲੈ ਕੇ ਉੱਤੇ ਪਹਿਲਾਂ ਝੋਟੀ ਸੂਬੇ ਜੋ ਵੀ 15-16 ਕਿਲੋ ਦੁੱਧ ਦੇ ਦੀ। ਕੀ ਬਾਤ। ਹਾਂਜੀ ਕੀ ਬਾਤ। ਜ਼ਬਰਦਸਤ ਜ਼ਬਰਦਸਤ। ਸਭ ਤੁਸੀਂ ਦਿਲ ਖੁਸ਼ ਕਰ ਛੜਿਆ। ਜਜ਼ਾਕੱਲਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ।